हाँ जी, ਤਾਂ ਸੈਕਿੰਡ ਪਾਰਟ ਦੇ ਵਿੱਚ ਆਪਾਂ ਦੇਖਦੇ ਹਾਂ ਕੌਨਸ ਆਫ ਡੈਮੋਕ੍ਰੇਸੀ। ਅਗਰ ਡੈਮੋਕ੍ਰੇਸੀ ਹੈ ਤਾਂ ਉਹਦੇ ਫਾਇਦੇ ਵੀ ਹੋਣੇ ਆ, ਆਪਾਂ ਨੂੰ ਨੁਕਸਾਨ ਵੀ ਹੋਣੇ ਆ। ਹੁਣ ਪਹਿਲਾਂ ਆਪਾਂ ਦੇਖਦੇ ਹਾਂ ਕੌਨਸ ਕੀ ਹੋਣਗੇ ਡੈਮੋਕ੍ਰੇਸੀ ਦੇ ਆਪਾਂ ਨੂੰ, ਠੀਕ ਹੈ। ਪਹਿਲੀ ਜਿਹੜੀ ਕੌਨਸ ਆ ਉਹ ਲਿਖੀ ਹੋਈ ਆ, ਲੀਡਰਸ ਕੀਪ ਚੇਂਜਿੰਗ ਇਨ ਏ ਡੈਮੋਕ੍ਰੇਸੀ ਲੀਡਿੰਗ ਟੂ ਇਨਸਟੇਬਿਲਿਟੀ। ਕਹਿੰਦੇ ਡੈਮੋਕ੍ਰੇਸੀ ਦੇ ਵਿੱਚ ਕੀ ਆ, ਹਰ 5 ਸਾਲ ਬਾਅਦ ਲੀਡਰ ਚੇਂਜ ਹੁੰਦੇ ਨੇ। ਕਈ ਵਾਰੀ ਕੀ ਹੁੰਦਾ, ਲੀਡਰ ਪਹਿਲਾਂ ਵੀ ਚੇਂਜ ਹੋ ਜਾਂਦੇ ਆ, ਠੀਕ ਹੈ। ਮੰਨ ਲਓ ਕੋਈ ਪਾਰਟੀ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਗਿਆ ਤਾਂ ਸ਼ਾਇਦ ਪਾਰਟੀ 2-3 ਸਾਲਾਂ 'ਚ ਹੀ ਡਿੱਗ ਜਾਂਦੀ ਹੈ, ਫਿਰ ਨਵੀਂ ਸਰਕਾਰ ਬਣਦੀ ਆ। ਤਾਂ ਡੈਮੋਕ੍ਰੇਸੀ ਦੇ ਵਿੱਚ ਕੀ ਆ ਕਿ ਇਨਸਟੇਬਿਲਿਟੀ ਆਉਂਦੀ ਰਹਿੰਦੀ ਆ, ਗੌਰਮੈਂਟ ਸਟੇਬਲ ਨਹੀਂ ਰਹਿੰਦੀ। ਇਹ ਨਹੀਂ ਕਿ ਇੱਕ ਹੀ ਪਾਰਟੀ 20 ਸਾਲ 30 ਸਾਲ ਰੂਲ ਕਰ ਸਕਦੀ ਹੈ, 50 ਸਾਲ ਰੂਲ ਕਰ ਸਕਦੀ ਹੈ, ਠੀਕ ਹੈ। ਤਾਂ ਕਾਫੀ ਇਨਸਟੇਬਿਲਿਟੀ ਹੁੰਦੀ ਹੈ। ਦੂਜਾ ਪੁਆਇੰਟ ਹੈ ਡੈਮੋਕ੍ਰੇਸੀ ਇਜ਼ ਆਲ ਅਬਾਊਟ ਪੋਲੀਟੀਕਲ ਕੰਪੀਟੀਸ਼ਨ ਐਂਡ ਪਾਵਰ ਪਲੇ ਲੀਵਿੰਗ ਨੋ ਸਕੋਪ ਫॉर ਮੋਰੈਲਿਟੀ, ਠੀਕ ਹੈ। ਕੀ ਕਹਿ ਰਹੇ ਆ, ਕਹਿੰਦੇ ਡੈਮੋਕ੍ਰੇਸੀ ਆ ਉਹਦੇ ਵਿੱਚ ਕੰਪੀਟੀਸ਼ਨ ਹੀ ਹੁੰਦਾ, ਇੱਕ ਦੂਜੇ ਨਾਲ ਲੜਦੇ ਨੇ। ਇੱਕ ਪਾਵਰ ਪਲੇ ਹੁੰਦਾ ਜਿੱਥੇ ਇੱਕ ਕੈਂਡੀਡੇਟ ਦੂਜੇ ਕੈਂਡੀਡੇਟ ਦੇ ਬਰਾਬਰ ਖੜ੍ਹਾ ਹੁੰਦਾ ਅਤੇ ਉੱਥੇ ਮੋਰੈਲਿਟੀ ਦਾ ਕੋਈ ਸਕੋਪ ਹੀ ਨਹੀਂ ਬਚਦਾ, ਠੀਕ ਹੈ। ਮੀਨਸ ਕੁਰਸੀ ਦੇ ਲਾਲਚ ਦੇ ਵਿੱਚ ਤੁਹਾਨੂੰ ਪਤਾ ਅੱਜ ਮਤਲਬ ਜਿਹੜੇ ਅੱਜ ਕੱਲ੍ਹ ਨੇਤਾ ਲੋਕ ਹੈਗੇ ਨੇ, ਜਿਹੜੇ ਆਪਣੇ ਪੋਲੀਟੀਸ਼ੀਅਨਸ ਨੇ, ਇਹੋ ਜਿਹੀਆਂ ਸਪੀਚਸ ਦੇ ਜਾਂਦੇ ਨੇ ਕਿ ਲੋਕ ਉਹਦੇ ਪਿੱਛੇ ਲੜ ਪੈਂਦੇ ਨੇ, ਠੀਕ ਹੈ। ਜਿਹੜੇ ਪਾਰਟੀ ਸਪੋਰਟਰਸ ਹੁੰਦੇ ਨੇ, ਤੁਸੀਂ ਕਈ ਜਗ੍ਹਾ ਦੇਖਿਆ ਹੋਊਗਾ, ਇੱਕ ਦੂਜੇ 'ਤੇ ਪੱਥਰ ਮਾਰਨ ਲੱਗ ਜਾਂਦੇ, ਵੈਸਟ ਬੰਗਾਲ ਤੁਸੀਂ ਦੇਖਿਆ ਹੋਣਾ, ਠੀਕ ਹੈ। ਕਿੰਨਾ ਕੁਛ ਹੋ ਜਾਂਦਾ, ਠੀਕ ਹੈ। ਤਾਂ ਮੀਨਸ ਕਿ ਕੰਪੀਟੀਸ਼ਨ ਆ, ਇੱਕ ਦੂਜੇ ਦੇ ਖਿਲਾਫ ਸਟੇਟਮੈਂਟਸ ਦੇਣੀਆਂ, ਇਹਦੇ ਨਾਲ ਕਿਸੇ ਨੂੰ ਮਤਲਬ ਕਿ ਤੁਸੀਂ ਦੇਖ ਲਓ ਕਿਸੇ ਦੀ ਰੈਪੂਟੇਸ਼ਨ ਹਰਟ ਹੋ ਜਾਂਦੀ ਹੈ, ਠੀਕ ਹੈ। ਤਾਂ ਮੋਰੈਲਿਟੀ ਹੁੰਦੀ ਆ, ਲਾਈਕ ਮਤਲਬ ਕਿ ਤੁਸੀਂ ਇਹ ਲਾ ਲਓ ਕਿ ਵੈਲਿਊਜ਼ ਹੋ ਗਈਆਂ, ਕੋਈ ਚੰਗਾ ਮਤਲਬ ਕੋਈ ਚੰਗੀ ਸਪੀਚ ਹੋ ਗਈ, ਠੀਕ ਹੈ। ਉਹ ਤਾਂ ਅੱਜ ਕੱਲ੍ਹ ਰਹੀ ਨਹੀਂ, ਠੀਕ ਹੈ, ਕਿਉਂਕਿ ਇਹਨਾਂ ਨੇ ਕੁਰਸੀ ਲੈਣੀ ਆ ਤਾਂ ਆਫਕੋਰਸ ਬਹੁਤ ਕੁਛ ਬੋਲਣਾ ਪੈਣਾ ਇਹਨਾਂ ਨੂੰ, ਇੱਕ ਕੰਪੀਟੀਸ਼ਨ ਹੈ ਇਹਨਾਂ ਦਾ, ਠੀਕ ਹੈ। ਅਗਲਾ ਪੁਆਇੰਟ ਹੈਗਾ ਮੈਨੀ ਪੀਪਲ ਹੈਵ ਟੂ ਬੀ ਕੰਸਲਟਡ ਇਨ ਏ ਡੈਮੋਕ੍ਰੇਸੀ ਦੈਟ ਲੀਡਸ ਟੂ ਪਲੇਸ। ਹੁਣ ਇੱਕ ਗੱਲ ਦੇਖੋ, ਡੈਮੋਕ੍ਰੇਸੀ ਆ, ਠੀਕ ਹੈ। ਇੰਡੀਆ ਦੇ ਵਿੱਚ ਕਿੰਨੇ 140 ਕਰੋੜ ਲੋਕ ਆ, ਠੀਕ ਹੈ। ਕਹਿੰਦੇ ਹੁਣ ਜੇ ਡੈਮੋਕ੍ਰੇਸੀ ਆ ਅਤੇ ਇਹਦੇ ਵਿੱਚ ਆਪਾਂ ਨੂੰ ਜਿਹੜੇ ਮੰਨ ਲਓ ਇਹਨਾਂ ਨੂੰ ਛੱਡੋ, ਜਿਹੜੇ ਕਾਫੀ ਐਕਸਪਰਟ ਬੰਦੇ ਨੇ, ਠੀਕ ਹੈ, ਉਹਨਾਂ ਨਾਲ ਵੀ ਅਗਰ ਆਪਾਂ ਕੰਸਲਟ ਕਰਾਂਗੇ ਜਾਂ ਆਪਣੇ ਡਿਬੇਟ ਹੋਊਗੀ, ਮੰਨ ਲਓ ਲੋਕ ਸਭਾ ਦੇ ਵਿੱਚ ਮੰਨ ਲਓ ਆਪਣੇ 550 ਮੈਂਬਰ ਆ, ਠੀਕ ਹੈ। ਅਗਰ ਮੰਨ ਲਓ ਉੱਥੇ ਡਿਬੇਟ ਹੋਊਗੀ ਤਾਂ ਫਿਰ ਉੱਥੇ ਕੀ ਆ, ਕਿੰਨਾ ਟਾਈਮ ਲੱਗ ਜਾਊਗਾ। ਤੁਸੀਂ ਕਈ ਵਾਰ ਦੇਖਿਆ ਹੋਊਗਾ ਕੁਰਸੀਆਂ ਚਲਾ ਕੇ ਮਾਰਨ ਲੱਗ ਜਾਂਦੇ ਨੇ, ਠੀਕ ਹੈ। ਲੜਾਈ ਵੀ ਹੋ ਜਾਂਦੀ ਉੱਥੇ ਡਿਬੇਟ ਦੇ ਵਿੱਚ, ਠੀਕ ਹੈ। ਤਾਂ ਕਿੰਨਾ ਟਾਈਮ ਲੱਗ ਜਾਂਦਾ, ਕਹਿੰਦੇ ਇਹਦੇ ਨਾਲ ਕੀ ਹੁੰਦਾ, ਡਿਲੇ ਹੁੰਦਾ, ਠੀਕ ਹੈ। ਡਿਸੀਜ਼ਨਸ ਆ ਉਹ ਕਾਫੀ ਲਟਕ ਜਾਂਦੇ ਆ, ਕਾਫੀ ਡਿਲੇ ਹੋ ਜਾਂਦੇ ਆ। ਅਗਲੇ ਪੁਆਇੰਟ 'ਚ ਲਿਖਿਆ ਹੋਇਆ ਇਲੈਕਟਡ ਲੀਡਰਸ ਡੂ ਨਾਟ ਨੋ ਦੀ ਬੈਸਟ ਇੰਟਰਸਟ ਆਫ ਪੀਪਲ ਰਿਜ਼ਲਟਿੰਗ ਇਨ ਬੈਡ ਡਿਸੀਜ਼ਨਸ। ਕਹਿੰਦੇ ਜਿਹੜੇ ਲੀਡਰਾਂ ਨੂੰ ਆਪਾਂ ਇਲੈਕਟ ਕਰਕੇ ਭੇਜਦੇ ਹਾਂ, ਠੀਕ ਹੈ, ਜਦੋਂ 5 ਸਾਲ ਬਾਅਦ ਆਪਣੇ ਕੋਲ ਆਉਂਦੇ ਨੇ ਵੋਟਾਂ ਮੰਗਣ, ਠੀਕ ਹੈ, ਉਹ ਤਾਂ ਬਹੁਤ ਕਰਦੇ, ਹਾਂਜੀ ਤੁਹਾਡਾ ਕੋਈ ਕੰਮ ਹੋਵੇ ਅਸੀਂ ਕਰਵਾ ਦਾਂਗੇ, ਠੀਕ ਹੈ। ਬਟ ਫਿਰ ਕੀ ਹੁੰਦਾ, ਬਾਅਦ ਦੇ ਵਿੱਚ ਉਹ ਆਪਣੇ ਜਿਹੜੇ ਇੰਟਰਸਟ ਹੁੰਦਾ, ਜਿਹੜਾ ਆਪਾਂ ਚਾਹੁੰਦੇ ਹੁੰਦੇ ਉਹ ਨਹੀਂ ਕਰ ਪਾਉਂਦੇ, ਤਾਂ ਉਹ ਫਿਰ ਡਿਸੀਜ਼ਨ ਉਹ ਗਲਤ ਹੋ ਜਾਂਦੇ ਆ, ਠੀਕ ਹੈ। ਬੈਡ ਡਿਸੀਜ਼ਨਸ ਉੱਥੇ ਲੈ ਜਾਂਦੇ ਨੇ। ਅਗਲਾ ਪੁਆਇੰਟ ਹੈ ਡੈਮੋਕ੍ਰੇਸੀ ਲੀਡਸ ਟੂ ਕਰਪਸ਼ਨ ਸਿੰਸ ਇਟ ਇਜ਼ ਬੇਸਡ ਔਨ ਇਲੈਕਟੋਰਲ ਕੰਪੀਟੀਸ਼ਨ, ਠੀਕ ਹੈ। ਅਗਲੇ ਪੁਆਇੰਟ 'ਚ ਕੀ ਕਹਿ ਰਹੇ ਆ, ਡੈਮੋਕ੍ਰੇਸੀ ਨਾਲ ਕੀ ਕਰਪਸ਼ਨ ਹੁੰਦੀ ਆ ਕਿਉਂਕਿ ਇਹ ਇਲੈਕਟੋਰਲ ਕੰਪੀਟੀਸ਼ਨ 'ਤੇ ਬੇਸਡ ਆ, ਠੀਕ ਹੈ। ਹੁਣ ਸਿੰਪਲ ਗੱਲ ਦੇਖੋ, ਆਪਣਾ ਇਲੈਕਸ਼ਨ ਕਮਿਸ਼ਨ ਕੀ ਕਹਿੰਦਾ, ਅਗਰ ਮੰਨ ਲਓ ਕਿਸੇ ਕੈਂਡੀਡੇਟ ਨੇ ਇਲੈਕਸ਼ਨ ਲੜਨਾ ਲੋਕ ਸਭਾ ਦੇ ਵਿੱਚ ਤਾਂ ਉਹਨੂੰ ਕਹਿਣਗੇ ਤੂੰ 70 ਲੱਖ ਦਾ ਖਰਚਾ ਕਰ ਸਕਦਾ, ਫੋਰ ਐਗਜ਼ਾਮਪਲ ਕਹਿੰਦਾ ਵੀ ਤੂੰ 70 ਲੱਖ ਖਰਚ ਕਰ ਸਕਦਾ, ਪਰ ਤੁਹਾਨੂੰ ਪਤਾ ਨਹੀਂ ਹੋਏਗਾ 70 ਲੱਖ ਦੀ ਜਗ੍ਹਾ ਉਹ ਜਿਹੜਾ ਖਰਚਾ 10 ਕਰੋੜ 20 ਕਰੋੜ 30 ਕਰੋੜ ਈਵਨ 50 ਕਰੋੜ ਤੱਕ ਵੀ ਚਲਾ ਜਾਂਦਾ, ਠੀਕ ਹੈ। ਉੱਥੇ ਵੋਟਾਂ ਖਰੀਦੀਆਂ ਜਾਂਦੀਆਂ, ਇੱਕ ਵੋਟ ਦੀ ਵੈਲੂ ਕਿਤੇ 5000 ਕਿਤੇ 10000 ਕਿਤੇ ਮਤਲਬ ਇੰਨੀ ਖਰੀਦਿਆ ਜਾਂਦਾ, ਠੀਕ ਹੈ। ਕਈ ਵਾਰ ਕੀ ਹੁੰਦਾ, ਆਪਣੇ ਜਿਹੜੇ ਮਤਲਬ ਹੁੰਦੇ ਆ ਪਾਰਟੀ ਦੇ ਵਿੱਚ ਕਹਿ ਦਿੰਦੇ ਅਗਰ ਤੁਹਾਡੇ ਮੰਨ ਲਓ ਪਰਿਵਾਰ ਦੇ 5 ਵੋਟਾਂ ਤੁਸੀਂ ਮਤਲਬ ਤੁਹਾਨੂੰ ਅਸੀਂ ਬਾਈਕ ਦੇ ਦਿੰਦੇ ਹਾਂ, ਠੀਕ ਹੈ, ਤੁਸੀਂ ਸਾਨੂੰ ਵੋਟ ਪਾ ਦਿਓ। ਅਤੇ ਇਹਦੇ ਵਿੱਚ ਕਰਪਸ਼ਨ ਬਹੁਤ ਹੁੰਦੀ ਆ। ਕਈ ਵਾਰ ਕੀ ਹੁੰਦਾ ਕਿ ਜਿਹੜੇ ਲੋਕ ਆ ਮੰਨ ਲਓ ਜੋ ਡਰਿੰਕ ਕਰਦੇ ਨੇ, ਉਹਨਾਂ ਨੂੰ ਕਹਿੰਦੇ ਤੁਹਾਨੂੰ ਅਸੀਂ ਸ਼ਰਾਬ ਦੀ ਬੋਤਲਾਂ ਦੇ ਜਾਵਾਂਗੇ, ਠੀਕ ਹੈ, ਤਾਂ ਉਹਨਾਂ ਨੂੰ ਉਹਦੇ ਨਾਲ ਹੀ ਵਰਾ ਲੈਂਦੇ ਨੇ, ਠੀਕ ਹੈ। ਤਾਂ ਉਹ ਫਿਰ ਉੱਥੇ ਵੋਟ ਪਾ ਦਿੰਦੇ ਉਹਨਾਂ ਨੂੰ, ਠੀਕ ਹੈ। ਤਾਂ ਆਪਾਂ ਕੀ ਐਕਸਪੈਕਟ ਕਰਾਂਗੇ ਅਗਰ ਆਪਾਂ ਇਹੋ ਜਿਹਾ ਕੁਛ ਆਪਾਂ ਪੈਸੇ ਲੈ ਕੇ ਜਾਂ ਕੋਈ ਉਹਨਾਂ ਤੋਂ ਫਰੀ ਬੀਸ ਹੋ ਗਈਆਂ, ਕੋਈ ਆਪਾਂ ਨੂੰ ਕੋਈ ਚੀਜ਼ਾਂ ਲੈ ਕੇ ਆਉਂਦੇ ਨੇ, ਕੋਈ ਮੰਨ ਲਓ ਵਾਸ਼ਿੰਗ ਮਸ਼ੀਨ ਦੇ ਗਿਆ, ਠੀਕ ਹੈ, ਉਹ ਦੇ ਕੇ ਫਿਰ ਉਹ ਆਪਣਾ ਕੰਮ ਕੀ ਕਰਨਗੇ, ਨਹੀਂ ਕਰਨਗੇ ਅਫਕੋਰਸ, ਠੀਕ ਹੈ। ਤਾਂ ਇਹਦੇ ਨਾਲ ਕੀ ਹੈ, ਬਹੁਤ ਹੀ ਕਰਪਸ਼ਨ ਵੱਧਦੀ ਹੈ। ਅਗਲਾ ਪੁਆਇੰਟ ਹੈ ਆਰਡੀਨਰੀ ਪੀਪਲ ਡੋਂਟ ਨੋ ਵਟ ਇਜ਼ ਗੁੱਡ ਫॉर them ਦੇ ਸ਼ੁੱਡ ਨਾਟ ਡਿਸਾਈਡ ਐਨੀਥਿੰਗ। ਕਹਿੰਦੇ ਜਿਹੜੇ ਸਧਾਰਨ ਲੋਕ ਹੁੰਦੇ ਆ ਉਹ ਕੁਛ ਨਹੀਂ ਜਾਣਦੇ, ਉਹਨਾਂ ਨੂੰ 2 ਟਾਈਮ ਦਾ ਰੋਟੀ ਦਾ ਹੁੰਦਾ, ਠੀਕ ਹੈ, ਉਹਨਾਂ ਨੂੰ ਆਪਣਾ ਪੇਟ ਭਰਨ ਦਾ ਹੁੰਦਾ, ਠੀਕ ਹੈ। ਜਿਹੜੇ ਸਧਾਰਨ ਲੋਕ ਹੁੰਦੇ ਆ, ਠੀਕ ਹੈ, ਉਹ ਨਹੀਂ ਜਾਣਦੇ ਸਾਡੇ ਵਾਸਤੇ ਕੀ ਸਹੀ ਆ, ਠੀਕ ਹੈ, ਤਾਂ ਉਹ ਡਿਸਾਈਡ ਹੀ ਨਹੀਂ ਕਰ ਪਾਉਂਦੇ ਕੁਛ, ਠੀਕ ਹੈ। ਤਾਂ ਇਹ ਵੀ ਇੱਕ ਡੈਮੋਕ੍ਰੇਸੀ ਦੀ ਇੱਕ ਕੌਨਸ ਆ, ਠੀਕ ਹੈ। ਹੁਣ ਅੱਜ ਕਹਿੰਦੇ ਫਰੋਮ ਦਿਸ ਆਰਗੂਮੈਂਟਸ ਵੀ ਕੈਨ ਸੀ ਦੈਟ ਡੈਮੋਕ੍ਰੇਸੀ ਆਫ ਦੀ ਕਾइंड ਵੀ ਸੀ ਮੇ ਨੋਟ ਬੀ ਦ ਆਈਡੀਅਲ ਫਾਰਮ ਆਫ ਗੌਰਮੈਂਟ। ਕਹਿੰਦੇ ਜਿਹੜੀ ਡੈਮੋਕ੍ਰੇਸੀ ਉਹ ਆਈਡੀਅਲ ਫਾਰਮ ਤਾਂ ਗੌਰਮੈਂਟ ਦੀ ਨਹੀਂ ਹੋ ਸਕਦੀ, ਸਹੀ ਤਾਂ ਬੈਸਟ ਤਾਂ ਆਪਾਂ ਹੋ ਹੀ ਨਹੀਂ ਸਕਦੀ ਕਿਉਂਕਿ ਇਹਦੇ 'ਚ ਵੀ ਕਮੀਆਂ ਹੈਗੀਆਂ। ਕਹਿੰਦੇ ਹਾਊਐਵਰ ਪਰ ਕੀ ਆ,
We will see if democracy is better than other forms of government that are there for us to choose from। ਕਹਿੰਦੇ ਆਪਾਂ ਇੱਕ ਗੱਲ ਕਰ ਸਕਦੇ ਹਾਂ, ਡੈਮੋਕ੍ਰੇਸੀ ਬੈਸਟ ਤਾਂ ਹੈ ਨਹੀਂ, ਪਰ ਦੂਜੀਆਂ ਨਾਲੋਂ ਕਹਿੰਦੇ ਬੈਟਰ ਆ। ਜਿਹੜੀਆਂ ਹੋਰ ਗਵਰਨਮੈਂਟ ਆ, ਡਿਕਟੇਟਰਸ਼ਿਪ ਆ, ਆਟੋਕ੍ਰੈਟਿਕ ਆ, ਠੀਕ ਹੈ, ਉਹਨਾਂ ਤੋਂ ਬੈਟਰ ਆ। ਠੀਕ ਹੈ, ਹੁਣ ਫੇਵਰ ਦੇ ਵਿੱਚ ਆ ਜਾਓ। ਡੈਮੋਕ੍ਰੇਸੀ ਦੇ ਫੇਵਰ 'ਚ ਕੀ ਆਰਗੂਮੈਂਟਸ ਨੇ? ਪਹਿਲੀ ਆਰਗੂਮੈਂਟ ਆ, ਇਹ ਡੈਮੋਕ੍ਰੈਟਿਕ ਗਵਰਨਮੈਂਟ ਇਜ਼ ਏ ਬੈਟਰ ਗਵਰਨਮੈਂਟ ਬਿਕੋਜ਼ ਇਟ ਇਜ਼ ਏ ਮੋਰ ਅਕਾਊਂਟੇਬਲ ਫਾਰਮ ਆਫ ਗਵਰਨਮੈਂਟ। ਕਹਿੰਦੇ ਜਿਹੜੀ ਡੈਮੋਕ੍ਰੈਟਿਕ ਗਵਰਨਮੈਂਟ ਹੁੰਦੀ ਆ ਉਹ ਕਾਫੀ ਅਕਾਊਂਟੇਬਲ ਹੁੰਦੀ ਆ। ਅਕਾਊਂਟੇਬਲ ਮੀਨਸ ਰਿਸਪੋਂਸੀਬਲ ਹੁੰਦੀ ਆ, ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਆ। ਠੀਕ ਹੈ, ਇੱਥੇ ਜਿਹੜਾ ਇਹਨਾਂ ਨੇ ਦੱਸਿਆ ਹੋਇਆ, ਕਹਿੰਦੇ ਇੰਡੀਆ ਅਤੇ ਚਾਈਨਾ ਦੇ ਵਿੱਚ ਫਮੀਨ ਆਇਆ ਸੀ, ਸੋਕਾ ਪੈ ਗਿਆ ਸੀ। ਠੀਕ ਹੈ, ਫੈਮਾਈਨ ਆ ਗਿਆ। 1958 ਦੀ ਗੱਲ ਹੋ ਰਹੀ ਹੈ। ਕਹਿੰਦੇ ਚਾਈਨਾ ਬਹੁਤ ਬੁਰੀ ਤਰ੍ਹਾਂ ਹਿੱਟ ਹੋਇਆ ਉਹਦੇ ਨਾਲ। ਠੀਕ ਹੈ, ਅਤੇ ਇੰਡੀਆ ਕਹਿੰਦੇ ਵਧੀਆ ਪਰਫੋਰਮ ਕਰ ਗਿਆ। ਠੀਕ ਹੈ, ਮਤਲਬ ਕੁਛ ਜ਼ਿਆਦਾ ਬੈਡ ਮਤਲਬ ਇੰਡੀਆ ਨੇ ਫੇਅਰ ਨਹੀਂ ਕੀਤਾ। ਠੀਕ ਹੈ, ਕਹਿੰਦੇ ਇੰਡੀਆ ਦੀ ਇਕਨੋਮਿਕ ਕੰਡੀਸ਼ਨ ਵੀ ਉਦੋਂ ਖਰਾਬ ਸੀ। ਠੀਕ ਹੈ, ਰੀਜ਼ਨ ਕੀ ਸੀ? ਕਹਿੰਦੇ ਇੰਡੀਆ ਨੇ ਰਿਸਪੌਂਡ ਕੀਤਾ ਫੂਡ ਸਕੈਰਸਿਟੀ। ਠੀਕ ਹੈ, ਜਿਵੇਂ ਚਾਈਨਾ ਗੌਰਮੈਂਟ ਨੇ ਨਹੀਂ ਕੀਤਾ, ਕਿਉਂਕਿ ਚਾਈਨਾ ਦਾ ਡਿਕਟੇਟਰਸ਼ਿਪ ਹੀ ਸੀ, ਕੋਈ ਪੁੱਛਦਾ ਨਹੀਂ ਸੀ। ਪਰ ਆਪਣੀ ਕੀ ਗੌਰਮੈਂਟ ਨੇ ਜਵਾਬ ਵੀ ਤਾਂ ਦੇਣਾ ਸੀ ਲੋਕਾਂ ਨੂੰ, 5 ਸਾਲ ਵੋਟਾਂ ਵੀ ਤਾਂ ਮੰਗਣੀਆਂ ਸੀ। ਠੀਕ ਹੈ, ਤਾਂ ਕਰਕੇ ਕੀ ਆਪਣੇ ਲੋਕਾਂ ਨੂੰ ਮਤਲਬ ਫੂਡ ਵਗੈਰਾ ਡਿਸਟਰੀਬਿਊਟ ਕੀਤਾ ਗਿਆ, ਜਾਂ ਹੋਰ ਤੁਸੀਂ ਲਾ ਲਓ ਮਤਲਬ ਹੋਰ ਗੌਰਮੈਂਟ ਨੇ ਕੁਛ ਪ੍ਰਬੰਧ ਕਰਕੇ ਦਿੱਤਾ। ਠੀਕ ਹੈ, ਤਾਂ ਪਹਿਲਾ ਹੋ ਗਿਆ ਅਕਾਊਂਟੇਬਲ। ਠੀਕ ਹੈ, ਗੌਰਮੈਂਟ ਅਕਾਊਂਟੇਬਲ ਹੁੰਦੀ ਹੈ। ਠੀਕ ਹੈ, ਰਿਸਪੋਂਸੀਬਲ ਹੁੰਦੀ ਆ। ਕੋਈ ਵੀ ਐਕਟ ਹੋ ਜਾਂਦਾ ਤਾਂ ਉੱਥੇ ਹੁਣ ਤੁਸੀਂ ਦੇਖਿਆ ਹੋਊਗਾ ਮਨੀਪੁਰ ਦੇ ਵਿੱਚ ਕਿੰਨਾ ਵਾਇਲੈਂਸ ਹੋ ਰਿਹਾ। ਹੁਣ ਉੱਥੇ ਕੀ ਆ, ਹੁਣ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਆ ਉਹ ਗੌਰਮੈਂਟ ਨੂੰ ਬਲੇਮ ਕਰ ਰਹੀਆਂ, ਗੌਰਮੈਂਟ ਨੂੰ ਕਹਿ ਰਹੀਆਂ ਤੁਸੀਂ ਅਕਾਊਂਟੇਬਲ ਹੋ, ਤੁਸੀਂ ਰਿਸਪੋਂਸੀਬਲ ਹੋ ਇਹਦੇ ਵਾਸਤੇ, ਤੁਸੀਂ ਸਹੀ ਕਰੋ ਇਹ। ਠੀਕ ਹੈ, ਅਗਲਾ ਪੁਆਇੰਟ ਆ, ਡੈਮੋਕ੍ਰੇਸੀ ਇੰਪਰੂਵਸ ਦੀ ਕੁਆਲਿਟੀ ਆਫ ਡਿਸੀਜ਼ਨ ਮੇਕਿੰਗ। ਹੁਣ ਇੱਕ ਗੱਲ ਦੇਖੋ, ਕਹਿੰਦੇ ਡੈਮੋਕ੍ਰੇਸੀ ਨਾਲ ਕੀ ਹੁੰਦਾ, ਜਿਹੜੀ ਕੁਆਲਿਟੀ ਹੁੰਦੀ ਡਿਸੀਜ਼ਨ ਮੇਕਿੰਗ ਦੀ ਉਹ ਇੰਪਰੂਵ ਹੋ ਜਾਂਦੀ ਆ। ਹੁਣ ਸਿੰਪਲ ਜਿਹੀ ਗੱਲ ਆ, ਨਾਰਥ ਕੋਰੀਆ ਦੀ ਗੱਲ ਕਰਦੇ ਹਾਂ, ਕਿਮ ਜੋਂਗ ਉਨ, ਉਹਨਾਂ ਦਾ ਜੋ ਮਤਲਬ ਆਪਣਾ ਲੀਡਰ ਆ। ਠੀਕ ਹੈ, ਹੁਣ ਕਹਿੰਦੇ ਜੇ ਡਿਸੀਜ਼ਨ ਲੈਣਾ ਉਹ ਇਕੱਲਾ ਹੀ ਲੈ ਲੈਂਦਾ। ਠੀਕ ਹੈ, ਕੋਈ ਵੀ ਚੀਜ਼ ਬੈਨ ਕਰਨੀ ਹੈ, ਮੰਨ ਲਓ ਉਹਨਾਂ ਨੇ ਕੱਲ੍ਹ ਨੂੰ ਕਹਿਤਾ ਵੀ ਲੇਡੀਜ਼ ਨੂੰ, ਠੀਕ ਹੈ, ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ, ਤੁਸੀਂ ਕਾਰ ਨਹੀਂ ਡਰਾਈਵ ਕਰਨੀ, ਤਾਂ ਅਫਕੋਰਸ ਮੰਨਣੀ ਪਊਗੀ। ਪਰ ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ, ਕੋਈ ਵੀ ਡਿਸੀਜ਼ਨ ਆ ਉਹ 'ਤੇ ਬਹੁਤ ਕੰਸਲਟੇਸ਼ਨ ਹੁੰਦੀ ਹੈ, ਵਿਚਾਰ ਹੁੰਦਾ, ਡਿਸਕਸ਼ਨ ਹੁੰਦੀ ਆ। ਇਸ ਤੋਂ ਬਾਅਦ ਫਿਰ ਕਈ ਲੋਕਾਂ ਤੋਂ ਬਾਅਦ, ਐਕਸਪਰਟ ਤੋਂ ਬਾਅਦ ਉਹ ਜਿਹੜੀਆਂ ਮਿਸਟੇਕਸ ਹੁੰਦੀਆਂ ਉਹ ਕਰੈਕਟ ਹੋ ਜਾਂਦੀਆਂ। ਠੀਕ ਹੈ, ਤਾਂ ਇਹਦੇ ਨਾਲ ਕੀ ਹੁੰਦਾ, ਕਹਿੰਦੇ ਟਾਈਮ ਜ਼ਰੂਰ ਲੱਗ ਜਾਂਦਾ ਜ਼ਿਆਦਾ, ਬਟ ਕੀ ਹੈ ਜਿਹੜਾ ਡਿਸੀਜ਼ਨ ਹੁੰਦਾ ਉਹ ਕਾਫੀ ਵਧੀਆ ਨਿਕਲ ਕੇ ਆਉਂਦਾ। ਠੀਕ ਹੈ, ਇੰਨੀ ਡਿਸਕਸ਼ਨ ਤੋਂ ਬਾਅਦ। ਠੀਕ ਹੈ, ਫਿਰ ਅਗਲਾ ਪੁਆਇੰਟ ਹੈਗਾ, ਡੈਮੋਕ੍ਰੇਸੀ ਪ੍ਰੋਵਾਈਡਸ ਏ ਮੈਥਡ ਟੂ ਡੀਲ ਵਿਦ ਡਿਫਰੈਂਸਿਸ ਐਂਡ ਕਨਫਲਿਕਟਸ। ਹੁਣ ਕਹਿੰਦੇ ਕੋਈ ਵੀ ਸੁਸਾਇਟੀ ਆ, ਠੀਕ ਹੈ, ਉੱਥੇ ਹੁਣ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ। ਆਪਣੇ ਇੰਡੀਆ ਦੀ ਗੱਲ ਕਰਦੇ ਹਾਂ, ਹਿੰਦੂ ਵੀ ਆ, ਮੁਸਲਿਮ ਵੀ ਆ, ਬੁੱਧ ਵੀ ਆ, ਜੈਨ ਵੀ ਆ, ਠੀਕ ਹੈ, ਕ੍ਰਿਸਚਨ ਵੀ ਆ। ਠੀਕ ਹੈ, ਹੋਰ ਬਹੁਤ ਸਾਰੇ ਧਰਮ ਆਪਣੇ ਰਹਿੰਦੇ ਨੇ। ਕਹਿੰਦੇ ਇੱਥੇ ਕੀ ਆ, ਲੋਕਾਂ ਦੇ ਵਿੱਚ ਡਿਫਰੈਂਸ ਆ ਜਾਂਦੇ ਆ। ਠੀਕ ਹੈ, ਇੱਕ ਦੂਜੇ ਨਾਲ ਨਹੀਂ ਮਤਲਬ ਹੁੰਦੇ ਹੈ ਨਾ। ਹੁਣ ਤੁਹਾਨੂੰ ਪਤਾ ਕੱਲ੍ਹ ਹਰਿਆਣਾ ਦੇ ਵਿੱਚ, ਠੀਕ ਹੈ, ਕਿੰਨਾ ਵਾਇਲੈਂਸ ਹੋ ਗਿਆ ਕਮਿਊਨਿਟੀਜ਼ ਦੇ ਵਿੱਚ। ਠੀਕ ਹੈ, ਹੁਣ ਕਹਿੰਦੇ ਉਹੀ ਚੀਜ਼ ਆ, ਕਹਿੰਦੇ ਮਣੀਪੁਰ ਦੇ ਵਿੱਚ ਹੋ ਰਿਹਾ। ਠੀਕ ਹੈ, ਇੱਕ ਪਾਸੇ ਕੁਕੀ ਆ, ਕੁਕੀ ਕੀ ਹੈ, ਇੱਕ ਕਮਿਊਨਿਟੀ ਆ। ਠੀਕ ਹੈ, ਇੱਕ ਪਾਸੇ ਮੀਤੀ ਆ, ਮੀਤੀ ਵੀ ਕਮਿਊਨਿਟੀ ਆਪਸ ਵਿੱਚ ਹੀ ਲੜੀ ਜਾਂਦੇ ਆ। ਠੀਕ ਹੈ, ਤਾਂ ਕਹਿੰਦੇ ਕੰਟਰੀ ਦੇ ਵਿੱਚ ਇੱਦਾਂ ਸੁਭਾਵਿਕ ਆ ਵੀ ਇਹ ਚੀਜ਼ਾਂ ਹੋ ਜਾਂਦੀਆਂ। ਪਰ ਡੈਮੋਕ੍ਰੇਸੀ ਕੀ ਕਰਦੀ ਆ, ਇਹ ਚੀਜ਼ਾਂ ਨੂੰ ਸੋਲਵ ਕਰ ਦਿੰਦੀ ਆ। ਮੀਨਸ ਕਿ ਮੰਨ ਲਓ ਦੋਵਾਂ ਗਰੁੱਪਾਂ ਦੇ ਲੀਡਰਸ ਨੂੰ ਬੁਲਾਇਆ, ਟੇਬਲ 'ਤੇ ਬਿਠਾਇਆ, ਉਹਨਾਂ ਦੀ ਗੱਲਬਾਤ ਕਰਵਾਤੀ। ਠੀਕ ਹੈ, ਡਿਕਟੇਟਰਸ਼ਿਪ ਹੋਇਆ ਤਾਂ ਉਹ ਚੀਜ਼ ਦੀ ਪੋਸੀਬਿਲਿਟੀ ਨਿਕਲਦੀ। ਡੈਮੋਕ੍ਰੇਸੀ 'ਚ ਕੀ ਆਪਾਂ ਸੋਲਵ ਆਊਟ ਕਰਨਾ ਨਾ ਚੀਜ਼ਾਂ ਨੂੰ, ਅਤੇ ਇੱਥੇ ਜਿਹੜੇ ਵੀ ਕਨਫਲਿਕਟ ਆ ਆਪਣੇ, ਠੀਕ ਹੈ, ਲੜਾਈ ਝਗੜੇ ਆ, ਡਿਫਰੈਂਸ ਆ, ਉਹਨਾਂ ਨੂੰ ਆਪਾਂ ਸੋਲਵ ਆਊਟ ਕਰ ਲੈਂਦੇ ਹਾਂ। ਅਗਲਾ ਆਪਣਾ ਪੁਆਇੰਟ ਹੈਗਾ, ਡੈਮੋਕ੍ਰੇਸੀ ਇਨਹਾਂਸਿਸ ਦੀ ਡਿਗਨਿਟੀ ਆਫ ਸਿਟੀਜ਼ਨ। ਠੀਕ ਹੈ, ਕਹਿੰਦੇ ਡੈਮੋਕ੍ਰੇਸੀ ਕਰਦੀ ਆ ਪੋਲੀਟੀਕਲ ਇਕੁਐਲਿਟੀ ਦੇ ਆਧਾਰ 'ਤੇ। ਇਹਦਾ ਸਿਧਾਂਤ ਕੀ ਹੈ, ਪੋਲੀਟੀਕਲ ਇਕੁਐਲਿਟੀ ਮੀਨਸ ਸਾਰੇ ਇਕੁਅਲ ਨੇ। ਠੀਕ ਹੈ, ਤਾਂ ਕਹਿੰਦੇ ਕੀ ਕਰਦੀ ਆ, ਮਤਲਬ ਜਿਹੜਾ ਪੂਅਰੈਸਟ ਆ, ਜਿਹੜਾ ਸਭ ਤੋਂ ਗਰੀਬ ਆ, ਠੀਕ ਹੈ, ਅਤੇ ਸਭ ਤੋਂ ਘੱਟ ਐਜੂਕੇਟਡ ਆ, ਉਹਨੂੰ ਵੀ ਸੇਮ ਸਟੇਟਸ ਦਿੰਦੀ ਆ ਜਿਹੋ ਜਿਹਾ ਰਿਚ ਅਤੇ ਐਜੂਕੇਟਡ ਨੂੰ ਮਿਲਦਾ। ਤਾਂ ਕੀ ਹੈ, ਡਿਗਨਿਟੀ ਹੁੰਦਾ, ਆਤਮ ਸਨਮਾਨ, ਆਪਣੀ ਰਿਸਪੈਕਟ। ਤਾਂ ਡੈਮੋਕ੍ਰੇਸੀ ਸਾਰਿਆਂ ਨੂੰ ਰਿਸਪੈਕਟ ਕਰਦੀ ਹੈ। ਠੀਕ ਹੈ, ਕਿਉਂਕਿ ਵੋਟ ਤਾਂ ਹਰ ਇੱਕ ਨੇ ਪਾਉਣੀ ਹੈ, ਚਾਹੇ ਗਰੀਬ ਆ ਚਾਹੇ ਅਮੀਰ ਆ, ਅਤੇ ਸਾਰਿਆਂ ਨੂੰ ਇਕੁਅਲ ਟਰੀਟ ਕਰਦੀ ਹੈ। ਠੀਕ ਹੈ, ਅਗਲਾ ਹੈਗਾ, ਡੈਮੋਕ੍ਰੇਸੀ ਇਜ਼ ਬੈਟਰ ਦੈਨ ਅਦਰ ਫਾਰਮਸ ਆਫ ਗਵਰਨਮੈਂਟ ਬਿਕੋਜ਼ ਇਟ ਅਲਾਉਸ ਅਸ ਟੂ ਕਰੈਕਟ ਔਰ ਓਨ ਮਿਸਟੇਕਸ। ਹੁਣ ਇੱਥੇ ਆਪਾਂ ਐਗਜ਼ਾਮਪਲ ਲੈਂਦੇ ਹਾਂ। ਕਹਿੰਦੇ ਦਿੱਲੀ ਦੇ ਵਿੱਚ ਕੀ ਹੋਇਆ ਸੀ, ਫਾਰਮਰਸ ਨੇ ਪ੍ਰੋਟੈਸਟ ਕੀਤਾ ਸੀ ਨਾ, ਕਿੰਨਾ ਵੱਡਾ ਸਾਲ ਤੱਕ ਧਰਨਾ ਲੱਗਾ ਰਿਹਾ। ਕਹਿੰਦੇ ਗੌਰਮੈਂਟ ਨੂੰ ਨਹੀਂ ਪਤਾ ਸੀ, ਗੌਰਮੈਂਟ ਤੋਂ ਗਲਤ ਚਲੋ ਬਿੱਲ ਪਾਸ ਹੋ ਗਿਆ, ਪਰ ਲੋਕਾਂ ਨੇ ਧਰਨਾ ਲਾ ਕੇ ਜ਼ਾਹਿਰ ਕਰਤਾ ਨਾ ਡੈਮੋਕ੍ਰੇਸੀ ਦੇ ਵਿੱਚ ਕਿ ਹਾਂ ਤੁਹਾਡੇ ਤੋਂ ਗਲਤੀ ਹੋਈ ਆ, ਤਾਂ ਗੌਰਮੈਂਟ ਨੇ ਬਿੱਲ ਖਾਰਿਜ ਕਰਤੇ, ਕੈਂਸਲ ਕਰਤੇ। ਠੀਕ ਹੈ, ਤਾਂ ਕੀ ਆ, ਜਿਹੜੀ ਮਿਸਟੇਕ ਸੀ ਉਹ ਕਰੈਕਟ ਹੋ ਗਈ। ਠੀਕ ਹੈ, ਹੁਣ ਸਿੰਪਲ ਜੀ ਗੱਲ ਆ। ਠੀਕ ਹੈ, ਤੁਸੀਂ ਚਾਈਨਾ ਦੇ ਵਿੱਚ ਇੱਦਾਂ ਪ੍ਰੋਟੈਸਟ ਕਰੋਗੇ, ਤੁਹਾਨੂੰ ਅਲਾਓ ਕੀਤਾ ਜਾਊਗਾ? ਅਫਕੋਰਸ ਨੋ, ਨਹੀਂ ਕੀਤਾ ਜਾਊਗਾ। ਠੀਕ ਹੈ, ਤੁਹਾਨੂੰ ਚੱਕ ਕੇ ਜੇਲ੍ਹਾਂ 'ਚ ਪਾ ਦਿੱਤਾ ਜਾਊਗਾ। ਪਰ ਇੰਡੀਆ 'ਚ ਡੈਮੋਕ੍ਰੇਸੀ ਸੀਗੇ, ਲੋਕ ਧਰਨੇ 'ਤੇ ਬੈਠੇ ਤਾਂ ਮਿਸਟੇਕ ਕਰੈਕਟ ਹੋ ਗਈ। ਠੀਕ ਹੈ,
ਨਹੀਂ ਤਾਂ ਉਹਨਾਂ ਨੂੰ ਡਰ ਹੁੰਦਾ ਵੀ ਜੇ ਅਸੀਂ ਹੁਣ ਨਾ ਕਰੈਕਟ ਕਰੀ ਤਾਂ ਸਾਨੂੰ ਬਦਲ ਦੇਣਗੇ, ਅਗਲੀ ਵਾਰ ਸਾਡੀ ਸਰਕਾਰ ਨਹੀਂ ਬਣਨੀ, ਤਾਂ ਉਹਨਾਂ ਨੂੰ ਡਰ ਹੁੰਦਾ। ਠੀਕ ਹੈ। ਅੱਛਾ, ਹੁਣ ਤੁਸੀਂ ਆਪਾਂ ਦੇਖਣਾ ਵੀ ਜਿਹੜਾ ਡੈਮੋਕ੍ਰੇਸੀ ਹੁੰਦਾ, ਠੀਕ ਹੈ, ਉਹਦੇ ਵਿੱਚ ਜਿਹੜੀ ਆਪਣੀ ਫਾਰਮ ਹੈ ਇੰਡੀਆ ਦੀ, ਉਹ ਹੈਗੀ ਆ ਕਿਹੜੀ ਡੈਮੋਕ੍ਰੇਸੀ ਆ? ਰੀਪ੍ਰਜੈਂਟੇਟਿਵ ਡੈਮੋਕ੍ਰੇਸੀ। ਇਹਦੇ ਵਿੱਚ ਕੀ ਹੁੰਦਾ, ਮੀਨਸ ਕਿ ਆਪਾਂ ਕੀ ਕਰਦੇ, ਆਪਾਂ ਰੂਲਰਸ ਨੂੰ ਚੁਣ ਕੇ ਭੇਜਦੇ ਹਾਂ। ਹੁਣ ਦੇਖੋ ਆਪਾਂ 140 ਕਰੋੜ ਲੋਕ ਆਪਣੇ ਇੰਡੀਆ ਦੇ, ਠੀਕ ਹੈ, 135-40 ਕਰੋੜ ਲੋਕ ਹੋ ਗਏ। ਹੁਣ ਆਪਣੇ ਜਿਹੜੇ ਸਾਰੇ ਲੋਕ ਆ ਉਹ ਤਾਂ ਹੁਣ ਡਿਸੀਜ਼ਨ ਨਹੀਂ ਲੈ ਲੈਣਗੇ ਨਾ, ਇੰਨੇ ਜਣੇ ਕਿੱਥੇ ਬੈਠੇ ਨੇ ਇਕੱਠੇ ਹੋ ਕੇ। ਤਾਂ ਆਪਾਂ ਕੀ ਆ, ਆਪਾਂ ਜਿਹੜੇ ਰੂਲਰਸ ਆ ਉਹਨਾਂ ਨੂੰ ਚੁਣ ਕੇ ਭੇਜਦੇ ਹਾਂ। ਠੀਕ ਹੈ, ਮੰਨ ਲਓ ਤੁਹਾਡੇ ਇਲਾਕੇ ਤੋਂ ਕੋਈ MLA ਖੜ੍ਹਾ ਹੋਊਗਾ, MP ਖੜ੍ਹਾ ਹੋਊਗਾ ਲੋਕ ਸਭਾ 'ਚ ਜਾਣ ਵਾਸਤੇ, ਠੀਕ ਹੈ, ਆਪਾਂ ਉਹਨੂੰ ਵੋਟਾਂ ਪਾਵਾਂਗੇ, ਉਹਨੂੰ ਚੁਣਾਂਗੇ, ਫਿਰ ਉਹ ਜਾ ਕੇ ਆਪਣੇ ਹਿਸਾਬ 'ਤੇ ਡਿਸੀਜ਼ਨ ਲਊਗਾ। ਠੀਕ ਹੈ, ਦੱਸੂਗਾ ਮੇਰੇ ਇਲਾਕੇ 'ਚ ਆਹ ਪ੍ਰੋਬਲਮ ਆ, ਠੀਕ ਹੈ, ਉੱਥੇ ਜਾ ਕੇ ਆਪਣੀ ਗੱਲ ਕਰੂਗਾ। ਤਾਂ ਉੱਥੇ ਫਿਰ ਉਹਨੂੰ ਆਪਾਂ ਕਹਾਂਗੇ ਰੀਪ੍ਰਜੈਂਟੇਟਿਵ ਡੈਮੋਕ੍ਰੇਸੀ, ਮੀਨ ਜੋ ਬੰਦਾ ਆਪਾਂ ਨੂੰ ਰੀਪ੍ਰਜੈਂਟ ਕਰ ਰਿਹਾ ਉੱਪਰ ਜਾ ਕੇ। ਠੀਕ ਹੈ। ਹਾਂ, ਇਹ ਥੋੜ੍ਹਾ ਜਿਹਾ ਦੇਖ ਲਓ, ਕਹਿੰਦੇ ਡੈਮੋਕ੍ਰੈਟਿਕ ਕੰਟਰੀ ਦੀ ਗੱਲ ਹੋ ਰਹੀ ਹੈ। ਠੀਕ ਹੈ, ਕਹਿੰਦੇ ਜਿੱਥੇ ਜਿਹੜੀ ਮੈਜੋਰਿਟੀ ਆ, ਠੀਕ ਹੈ, ਉਹਨੂੰ ਅਲਾਉਡ ਕੀਤਾ ਜਾਂਦਾ ਟੂ ਟੇਕ ਡਿਸੀਜ਼ਨ ਔਨ ਬਿਹਾਫ ਆਫ ਦੀ ਆਲ ਦੀ ਪੀਪਲ। ਠੀਕ ਹੈ, ਕਹਿੰਦੇ ਜਿਹੜੀ ਮੈਜੋਰਿਟੀ ਆ ਉਹਨੂੰ ਅਲਾਉ ਕਰਦੇ ਆ ਵੀ ਉਹ ਡਿਸੀਜ਼ਨ ਲਵੇ ਕਿਹਦੇ, ਲੋਕਾਂ ਦੇ ਹਿਸਾਬ 'ਤੇ, ਲੋਕਾਂ ਦੇ ਬਿਹਾਫ 'ਤੇ ਡਿਸੀਜ਼ਨ ਲਵੇ। ਠੀਕ ਹੈ, ਅਤੇ ਕੌਣ ਲੈਂਦੇ? ਇਲੈਕਟਿਵ ਰੀਪ੍ਰਜੈਂਟੇਟਿਵ ਜਿਹੜੇ ਆਪਾਂ ਪੜ੍ਹ ਕੇ ਆਏ ਹਾਂ। ਕਹਿੰਦੇ ਇਹਦੀ ਕੁਛ ਮਤਲਬ ਰੀਜ਼ਨ ਆ, ਕੀ ਰੀਜ਼ਨ ਆ? ਪਹਿਲਾ ਹੈਗਾ ਮਾਡਰਨ ਡੈਮੋਕ੍ਰੇਸੀਜ਼ ਇਨਵੋਲਵ ਸੱਚ ਏ ਲਾਰਜ ਨੰਬਰ ਆਫ ਪੀਪਲ ਦੈਟ ਇਟ ਇਜ਼ ਫਿਜ਼ੀਕਲੀ ਇੰਪੋਸੀਬਲ ਫॉर them ਟੂ ਸਿਟ ਟੂਗੈਦਰ ਐਂਡ ਟੇਕ ਏ ਕਲੈਕਟਿਵ ਡਿਸੀਜ਼ਨ। ਕਹਿੰਦੇ ਹੁਣ ਇਹ ਤਾਂ ਲਈ ਆਪਣੇ ਲਈ ਬਹੁਤ ਡਿਫੀਕਲਟ ਆ। ਕੀ ਡਿਫੀਕਲਟ ਆ? ਵੀ ਆਪਾਂ 135-40 ਕਰੋੜ ਲੋਕਾਂ ਨੂੰ ਇਕੱਠੇ ਬਿਠਾਵਾਂਗੇ, ਪਹਿਲਾਂ ਤਾਂ ਕਿੱਥੇ ਬਿਠਾਵਾਂਗੇ, ਕਿਵੇਂ ਉਹ ਡਿਸੀਜ਼ਨ ਲੈਣਗੇ, ਬਹੁਤ ਮੁਸ਼ਕਿਲ ਆ। ਠੀਕ ਹੈ। ਦੂਜਾ ਕਹਿੰਦਾ ਇਫ ਦੇ ਕੁੱਡ, ਜੇ ਇਹੋ ਜਿਹਾ ਹੋ ਵੀ ਪਾਉਂਦਾ ਤਾਂ ਸਿਟੀਜ਼ਨ ਡਜ਼ ਨਾਟ ਹੈਵ ਟਾਈਮ ਦੀ ਡਿਜ਼ਾਇਰ ਔਰ ਦੀ ਸਕਿੱਲਸ ਟੂ ਟੇਕ ਪਾਰਟ ਇਨ ਆਲ। ਕਹਿੰਦੇ ਜੀ ਇਹ ਹੋ ਵੀ ਜਾਂਦਾ, ਸਾਰੇ ਬੈਠ ਵੀ ਜਾਂਦੇ ਆ, ਤਾਂ ਉਹਨਾਂ ਕੋਲ ਟਾਈਮ ਨਹੀਂ ਹੋਣਾ। ਠੀਕ ਹੈ, ਉਹਨਾਂ ਕੋਲ ਡਿਜ਼ਾਇਰ ਵੀ ਨਹੀਂ, ਇੱਛਾ ਵੀ ਨਹੀਂ ਹੈਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਆਪਣੇ ਕੰਮ ਕਰਨੇ, ਰੋਟੀ ਖਾਣੀ, ਉਹਨਾਂ ਨੇ ਆਪਣੀ 2 ਟਾਈਮ ਦੀ ਕਮਾਈ ਕਰਨੀ ਹੈ। ਠੀਕ ਹੈ, ਨਾ ਉਹਨਾਂ ਕੋਲ ਇੰਨੇ ਸਕਿੱਲਸ ਆ ਜਿਵੇਂ ਆਪਣੇ ਪਾਰਲੀਮੈਂਟਾਂ ਦੇ ਵਿੱਚ MPs ਕੋਲ ਹੁੰਦੇ ਆ, ਕਿਵੇਂ ਡਿਬੇਟ ਕਰਨੀ, ਕਿਵੇਂ ਡਿਸਕਸ਼ਨ ਕਰਨੀ ਆ। ਠੀਕ ਹੈ। ਠੀਕ ਹੈ, ਬਾਕੀ ਬਸ ਲਾਸਟ 'ਤੇ ਆਪਣਾ ਹੈਗਾ। ਠੀਕ ਹੈ, ਡੈਮੋਕ੍ਰੇਸੀ ਮੀਨਸ ਕਿ ਤੁਸੀਂ ਮੰਨ ਲਓ ਐਜ਼ ਏ ਪ੍ਰਿੰਸੀਪਲ ਕੈਨ ਗੋ ਬਿਯੋਂਡ ਦੀ ਗਵਰਨਮੈਂਟ ਐਂਡ ਕੈਨ ਬੀ ਅਪਲਾਈ ਟੂ ਐਨੀ ਸਫੇਅਰ ਆਫ ਲਾਈਫ। ਠੀਕ ਹੈ, ਇਹ ਨਹੀਂ ਵੀ ਡੈਮੋਕ੍ਰੇਸੀ ਆਪਾਂ ਇੱਥੇ ਅਪਲਾਈ ਕਰਨਾ, ਆਪਣੇ ਘਰਾਂ 'ਚ ਵੀ ਡੈਮੋਕ੍ਰੇਸੀ ਹੋਣੀ ਚਾਹੀਦੀ ਆ। ਠੀਕ ਹੈ, ਇਹ ਨਹੀਂ ਵੀ ਮੰਨ ਲਓ ਇੱਕ ਆਪਣੇ ਫੈਮਿਲੀ ਦੇ ਵਿੱਚ ਇੱਕ ਪਰਸਨ ਦਾ ਵੀ ਉਹਦੀ ਚੱਲੂਗੀ। ਠੀਕ ਹੈ, ਘਰਾਂ 'ਚ ਵੀ ਆਪਾਂ ਨੂੰ ਡਿਸੀਜ਼ਨ ਮਿਲ ਕੇ ਲੈਣੇ ਚਾਹੀਦੇ ਆ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਵੀ ਹਾਂ ਆਪਣੇ ਫਾਦਰ ਸਾਹਿਬ ਦੀ ਚੱਲਦੀ, ਆਪਣੇ ਦਾਦਾ ਜੀ ਦੀ ਚੱਲਦੀ ਹੈ। ਠੀਕ ਹੈ, ਤਾਂ ਮਤਲਬ ਕਿ ਆਪਣਾ ਉੱਥੇ ਵੀ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਤਾਂ ਕਰਕੇ ਕਹਿੰਦੇ ਹਰ ਲਾਈਫ ਦੇ ਹਰ ਇੱਕ ਸਫੇਅਰ ਦੇ ਵਿੱਚ ਇਹ ਅਪਲਾਈ ਹੋਣਾ ਚਾਹੀਦਾ। People choose the word democracy not to describe any existing government but to set up an ideal standard that all democracy must aim to become. However, if the ideals of democracy are considered, then no country in the world is correctly democratic. ठीक है, ਹੁਣ एक गल ਤਾਂ ਪਤਾ, ਹੁਣ ਕੋਈ ਵੀ ਕੰਟਰੀ ਵਰਲਡ 'ਚ ਪੂਰੀ ਡੈਮੋਕ੍ਰੈਟਿਕ ਹੈ ਨਹੀਂ। ਹੁਣ USA ਦੀ ਗੱਲ ਕਰਦੇ ਹਾਂ। ਠੀਕ ਹੈ, ਇੱਕ ਹਾਂ 2 ਕੁਐਸਚਨ ਹੋਰ ਯਾਦ ਰੱਖਣੇ ਆ। ਅਗਰ ਕੁਐਸਚਨ ਹੁੰਦਾ ਦੀ ਲਾਰਜੈਸਟ ਡੈਮੋਕ੍ਰੇਸੀ ਆਫ ਦੀ ਵਰਲਡ, ਦੈਟ ਇਜ਼ ਇੰਡੀਆ। ਅਗਰ ਅਗਰ ਓਲਡੈਸਟ ਡੈਮੋਕ੍ਰੇਸੀ ਆਫ ਦੀ ਵਰਲਡ, ਦੈਟ ਇਜ਼ USA। ਠੀਕ ਹੈ, ਹੁਣ US 'ਚ ਵੀ ਬਲੈਕ ਵਾਈਟ ਦਾ ਬਹੁਤ ਪੰਗਾ ਹੁੰਦਾ। ਠੀਕ ਹੈ, ਜਿਹੜੇ ਉੱਥੇ ਗੋਰੇ ਲੋਕ ਨੇ, ਉਹ ਜਿਹੜੇ ਬਲੈਕਸ ਨੇ, ਅਫਰੀਕਨ ਦੇ ਬਲੈਕਸ ਨੇ, ਅਫਰੀਕਨ ਅਮੈਰੀਕਨ ਬਲੈਕਸ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਟਰੀਟ ਕਰਦੇ। ਉੱਥੇ ਵੀ ਕਦੇ ਸ਼ੂਟਿੰਗ ਹੋ ਗਈ। ਠੀਕ ਹੈ, ਕਦੇ ਕੋਈ ਬੱਚਾ ਮਤਲਬ ਗਨ ਲੈ ਗਿਆ, ਉੱਥੇ ਬੱਚੇ ਕੋਲ ਮਤਲਬ ਲਾਇਸੈਂਸ ਮਿਲ ਜਾਂਦਾ 18 ਸਾਲ ਦਾ ਹੋਣ 'ਤੇ ਉਹਨੂੰ ਗਨ ਦਾ। ਠੀਕ ਹੈ, ਤਾਂ ਮਤਲਬ ਉਹਨੇ ਕਦੇ ਕਿਸੇ ਬੱਚੇ ਦੇ ਮਾਰਤੇ, ਕਿਸੇ ਟੀਚਰ ਨੂੰ ਜਾ ਕੇ ਮਾਰਤਾ। ਠੀਕ ਹੈ, ਤਾਂ ਕੋਈ ਵੀ ਡੈਮੋਕ੍ਰੇਸੀ ਮਤਲਬ ਕਿ ਬੈਸਟ ਨਹੀਂ ਹੁੰਦੀ। ਠੀਕ ਹੈ, ਆਈ ਇੰਡੀਆ 'ਚ ਹੋ ਰਿਹਾ, ਆਪਾਂ ਨੂੰ ਪਤਾ ਕਿੰਨਾ ਵਾਇਲੈਂਸ ਹੋ ਰਿਹਾ ਇੰਡੀਆ ਦੇ ਵਿੱਚ। ਠੀਕ ਹੈ, ਕਹਿੰਦੇ ਸਟਿਲ ਹੈਵ ਐਨ ਅੰਡਰਸਟੈਂਡਿੰਗ ਆਫ ਡੈਮੋਕ੍ਰੇਸੀ ਐਸ ਐਨ ਆਈਡੀਅਲ ਬਿਲ ਐਕਸਪਲੇਨ ਬਾਏ ਟੂ ਵੈਲਿਊ ਡੈਮੋਕ੍ਰੇਸੀ। ਪਰ ਆਪਾਂ ਨੂੰ ਇੱਕ ਪਤਾ ਵੀ ਡੈਮੋਕ੍ਰੇਸੀ ਜਿਹੜੀਆਂ ਹੋਰ ਫਾਰਮਸ ਆਫ ਗਵਰਨਮੈਂਟ ਉਹਨਾਂ ਤੋਂ ਬੈਟਰ ਆ। ਠੀਕ ਹੈ, ਚਾਈਨਾ 'ਚ ਤੁਹਾਨੂੰ ਪਤਾ ਹੋਊਗਾ, ਨਾਰਥ ਕੋਰੀਆ 'ਚ ਪਤਾ ਤੁਹਾਨੂੰ, ਰਸ਼ੀਆ 'ਚ ਪਤਾ। ਠੀਕ ਹੈ, ਰਸ਼ੀਆ ਦੇ ਵਿੱਚ ਤਾਂ ਬੇਸਿਕਲੀ ਕੀ ਆ, ਅੱਜ ਰਸ਼ੀਆ ਯੂਕਰੇਨ ਦਾ ਵੋਰ ਚੱਲ ਰਿਹਾ। ਹੁਣ ਰਸ਼ੀਆ ਯੂਕਰੇਨ ਦੇ ਵਿੱਚ ਕੀ ਆ, ਇੱਥੇ ਕਿਹਨੇ ਮਤਲਬ ਜਿਹੜਾ ਬੱਚਾ 18 ਸਾਲ ਦਾ ਹੋ ਜਾਂਦਾ ਉਹਨੂੰ ਕੰਪਲਸਰੀ ਟ੍ਰੇਨਿੰਗ ਲੈਣੀ ਪੈਂਦੀ ਹੈ ਆਰਮੀ ਦੀ। ਠੀਕ ਹੈ, ਅੱਜ ਜਿਹੜੇ ਰਸ਼ੀਆ ਦੇ ਬੱਚੇ ਸੀ 18 ਸਾਲ ਦੇ, ਉਹਨਾਂ ਨੇ ਆਪਣੀ ਬਾਂਹ ਤੋੜ ਲਈ, ਰਾਈਟ। ਠੀਕ ਹੈ, ਰਾਈਟ ਆਰਮ ਬ੍ਰੇਕ ਕਰ ਲਈ। ਕਿਉਂ? ਉਹਨਾਂ ਨੂੰ ਬੰਦੂਕ ਨਾ ਚੱਕਣੀ ਪਵੇ, ਉਹਨਾਂ ਨੂੰ ਗਨ ਨਾ ਉਠਾਉਣੀ ਪਵੇ, ਕਿਉਂਕਿ ਉਹਨਾਂ ਨੂੰ ਪਤਾ ਇੱਕ ਵਾਰੀ ਬਾਰਡਰ 'ਤੇ ਗਏ ਤਾਂ ਵਾਪਸ ਆ ਨਹੀਂ ਸਕਦੇ ਅਸੀਂ। ਠੀਕ ਹੈ, ਉੱਥੇ ਸਾਨੂੰ ਸ਼ਹੀਦ ਹੋਣਾ ਪੈਣਾ। ਤਾਂ ਬੇਸਿਕਲੀ ਕੀ ਚੀਜ਼ ਹੋ ਰਹੀ ਆ ਕਿ ਇਹ ਜਿਹੜੀਆਂ ਮਤਲਬ ਕਿ ਕੰਟਰੀਜ਼ ਨੇ ਕੁਛ, ਠੀਕ ਹੈ, ਇੱਥੇ ਆਪਾਂ ਕਹਿ ਸਕਦੇ ਵੀ ਡੈਮੋਕ੍ਰੇਸੀ ਹੈ ਨਹੀਂ, ਐਗਜ਼ਿਸਟ ਹੀ ਨਹੀਂ ਕਰਦੀ। ਠੀਕ ਹੈ, ਜਿੱਥੇ ਡੈਮੋਕ੍ਰੇਸੀ ਹੋਊਗੀ ਉੱਥੇ ਰਾਈਟਸ ਮਿਲਦੇ ਆ ਲੋਕਾਂ ਨੂੰ। ਠੀਕ ਹੈ,
The most common form of democracy is today's world is being ruled through people selected by representative ਜਿਹੜੇ ਆਪਾਂ ਦੇਖ ਕੇ ਆਏ ਕਿ ਆਪਾਂ ਨੂੰ ਚੁਣ ਕੇ ਭੇਜਦੇ ਹਾਂ. However, for a small community, there can be other ways of making democratic decisions. All people can sit together and make a decision directly. This is how the Gram Sabha should work in a place. ਕਹਿੰਦੇ ਕਿ ਅੱਜ ਅਗਰ ਆਪਾਂ ਗੱਲ ਕਰੀਏ ਕਿਸੇ ਛੋਟੀ ਕੰਟਰੀ ਦੀ ਗੱਲ ਕਰੀਏ ਜਾਂ ਕਮਿਊਨਿਟੀ ਦੀ ਗੱਲ ਕਰੀਏ, ਆਪਾਂ ਪਿੰਡ ਦੀ ਗੱਲ ਕਰਦੇ ਹਾਂ. ਪਿੰਡ ਦੇ ਵਿੱਚ ਕੀ ਹੈ, ਕਹਿੰਦੇ ਸਾਰੇ ਲੋਕ ਆ ਜਿਹੜੇ ਗ੍ਰਾਮ ਸਭਾ ਉਹ ਹੁੰਦੀ ਆ, ਠੀਕ ਹੈ, ਮਤਲਬ ਕਿ ਜਿਹੜੇ ਆਪਣੇ ਪਿੰਡ ਦੇ ਲੋਕ ਹੁੰਦੇ ਨੇ, ਜਿਹੜੇ ਮਤਲਬ ਜਿਨ੍ਹਾਂ ਦਾ ਵੋਟ ਕਾਰਡ ਬਣਿਆ ਹੋਇਆ, ਜਿਹੜੇ ਵੋਟ ਪਾ ਸਕਦੇ, ਉਹ ਗ੍ਰਾਮ ਸਭਾ ਦਾ ਮੈਂਬਰ ਹੁੰਦੇ ਆ ਸਾਰੇ, ਠੀਕ ਹੈ. ਕਹਿੰਦੇ ਗ੍ਰਾਮ ਸਭਾ ਆ ਕੇ ਬੈਠੇ, ਠੀਕ ਹੈ, ਅਤੇ ਬਹਿ ਕੇ ਮਤਲਬ ਜੋ ਵੀ ਵਿਚਾਰ ਵਿਮਰਸ਼ ਕਰਕੇ ਕਲੈਕਟਿਵਲੀ ਡਿਸੀਜ਼ਨ ਲਵੇ, ਠੀਕ ਹੈ, ਇਹ ਚੀਜ਼ ਕਹਿ ਰਹੇ ਆ.